ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜੀ। ਅਸੀਂ ਖੜੇ ਆ ਪਿੰਡ ਸਭਰਾ। ਵੇਖੋ ਜੀ ਇਹ ਸਾਡੇ ਵੀਰ ਆ, ਡਰਾਈਵਰ ਭਾਈਚਾਰਾ ਇਹ ਸਾਡੇ ਭਰਾ ਹੀ ਆ। ਕਿਉਂਕਿ ਇਹਨਾਂ ਨੇ ਆਪਣਾ ਬਹਿਣ ਖਲੋਣ ਨੂੰ ਲਾਗੇ ਪਟਵਾਰਖਾਨਾ ਵੀ ਹੈ ਜੀ। ਜਿਹੜਾ ਵੀ ਵੀਰ ਆਉਂਦਾ ਜੀ ਇੱਥੇ ਪੱਖਾ ਲੱਗਾ ਜੀ, ਰਾਤ ਦਾ ਪੱਖਾ ਚੋਰੀ ਹੋ ਗਿਆ ਵਾ। ਕਿਉਂਕਿ ਇੱਕ ਤਾਂ ਲਾਗੇ ਚੌਂਕੀ ਵੀ ਸਭਰਾ ਦੀ ਜਮਾ ਲਾਗੇ ਆਵੇ ਤੇ ਜਮਾ ਹੀ ਲਾਗੇ ਆ ਜੀ। ਜਿੱਥੋਂ ਚੋਰੀ ਹੋਇਆ ਠਾਣਾ ਲਾਗੇ ਹੀ ਆ ਜੀ। ਤੇ ਲੋਕਾਂ ਦੇ ਵੇਖੋ ਕਿੰਨੇ ਹੌਸਲੇ ਬੁਲੰਦ ਆ, ਕਿਉਂਕਿ ਇਹ ਸਭ ਚਿੱਟੇ ਦਾ ਕਾਰਨ ਹੀ ਹੈ ਜਿਹੜੇ, ਕਿਉਂਕਿ ਨਸ਼ਾ ਬਹੁਤ ਚੱਲ ਰਿਹਾ ਜੀ ਹਰ ਇੱਕ ਪਿੰਡ ਦੇ ਵਿੱਚ ਹੀ। ਕਿਉਂਕਿ ਨਸ਼ੇ ਦਾ ਕਾਰਨ ਹੀ ਆ ਚਿੱਟੇ ਦਾ ਕਾਰਨ, ਕਿਉਂਕਿ ਲੋਕ ਹਟਦੇ ਨਹੀਂ। ਤੇ ਵੀਰ ਸਾਡੇ ਸਮਾਜ ਸੇਵੀ ਕਹਿ ਸਕਦੇ ਆ, ਕਿਉਂਕਿ ਇਹ ਵੀਰਾਂ ਦਾ ਡਰਾਈਵਰ ਆ ਵੀਰ। ਕਿਉਂਕਿ ਜਿੱਥੇ ਵੀ ਆਪਾਂ ਨੂੰ ਲੋੜ ਹੁੰਦੀ ਹੈ ਹਨੇਰੇ ਸਵੇਰੇ ਆਪਣੇ ਨਾਲ ਵਿਚਾਰੇ ਆਪਣਾ ਤੁਰਦੇ ਨੇ ਜੀ। ਤੇ ਇੱਥੇ ਪੱਖਾ ਲੱਗਾ ਸੀ, ਆ ਵੇਖੋ ਜੀ ਰਾਤ ਦਾ ਟਾਈਮ ਆ ਤੇ ਪੱਖਾ ਚੋਰੀ ਹੋ ਗਿਆ। ਤੇ ਬਾਕੀ ਸਾਰੇ ਡਰਾਈਵਰ ਵੀਰ ਆਪਣੇ ਭਰਾ ਮੈਂਬਰ ਪੰਚਾਇਤ ਵੀ ਨਾਲ ਖੜੇ ਨੇ। ਤੇ ਬਾਕੀ ਆਪਾਂ ਸਾਰੀ ਗੱਲ ਵੀਰਾਂ ਤੋਂ ਜਾਣਦੇ ਆ ਤੇ ਕੀ ਗੱਲਬਾਤ ਹੋਈ ਆ ਤੇ ਕੀ ਇਹਨਾਂ ਦੇ ਵਿਚਾਰ ਨੇ ਭਰਾਵਾਂ ਦੇ। ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜੀ। ਤੇ ਦਿਓ ਵਿਚਾਰ ਜੀ, ਕੀ ਗੱਲ ਹੋਈ ਆ? ਬੜਾ ਮਾੜਾ ਕੰਮ ਹੋਇਆ, ਦੱਸਦੇ ਪੱਖਾ ਚੋਰੀ ਹੋ ਗਿਆ ਜੀ ਰਾਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਪਿੰਡ ਸਭਰਾ ਤੋਂ ਖਾਲਸਾ ਟੈਕਸੀ ਸਟੈਂਡ ਸਭਰਾ, ਅਸੀਂ ਸਟੈਂਡ ਤੇ ਬਿਲਕੁਲ ਬੈਠੇ ਹੋਏ ਆ। ਸਾਰੇ ਵੀਰ ਸਾਡੇ ਨਾਲ ਪੰਚਾਇਤ ਮੈਂਬਰ ਵੀ ਨੇ, ਹੋਰ ਵੀ ਅਹੁਦੇਦਾਰ ਬੰਦੇ ਜਿਹੜੇ ਨੇ ਅੱਜ ਸਾਡੇ ਨਾਲ ਬੈਠੇ ਹੋਏ ਆ। ਬਾਕੀ ਸਾਡੇ ਟੈਕਸੀ ਯੂਨੀਅਨ ਦੇ ਪ੍ਰਧਾਨ ਤੇ ਸਾਰੇ ਹੀ ਮੈਂਬਰ ਵੀਰ ਜਿਹੜੇ ਆ ਸਾਡੇ, ਅਸੀਂ ਅੱਜ ਬੈਠੇ ਆ। ਵੇਖੋ ਜੀ, ਸਭ ਤੋਂ ਗੱਲ ਮੈਂ ਪਹਿਲਾਂ ਇੱਥੋਂ ਸ਼ੁਰੂ ਕਰਾਂ ਕਿ ਸਰਕਾਰਾਂ ਕਹਿੰਦੀਆਂ ਵਾ ਕਿ ਅਸੀਂ ਨਸ਼ਾ ਜਿਹੜਾ ਵਾ ਉਹਨੂੰ ਬੰਦ ਕਰਤਾ। ਕਈਆਂ ਨੇ ਕਿਹਾ ਵੀ ਅਸੀਂ ਸਹੁੰ ਖਾਵਾਂਗੇ ਵੀ ਨਸ਼ੇ ਬੰਦ ਕਰ ਦਾਂਗੇ, ਕਈਆਂ ਨੇ ਵਾਅਦੇ ਵੀ ਕੀਤੇ ਵੀ ਅਸੀਂ ਨਸ਼ੇ ਬੰਦ ਕਰ ਦਾਂਗੇ। ਪਰ ਹਾਲਾਤ ਜਿਹੜੇ ਆ ਜਿਉਂ ਦੇ ਤਿਉਂ ਹੀ ਖੜੇ ਆ। ਨਸ਼ਾ ਬੰਦ ਹੋਣਾ ਤਾਂ ਕੀ, ਨਸ਼ੇ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ। ਨਸ਼ਾ ਵਾਧਾ ਨਜ਼ਰ ਆ ਰਿਹਾ ਹੈ, ਘੱਟ ਹੋਣ ਦੀ ਜਾਂ ਬੰਦ ਹੋਣ ਦੀ ਕੋਈ ਉਮੀਦ ਅਸੀਂ ਰੱਖ ਹੀ ਨਹੀਂ ਸਕਦੇ। ਕਿਉਂਕਿ ਜਿਸ ਤਰ੍ਹਾਂ ਅਸੀਂ ਸਵੇਰ ਤੋਂ ਲੈ ਕੇ ਤੇ ਰਾਤ ਤੱਕ ਵੇਖਦੇ ਆ, ਜਿੱਥੇ ਅਸੀਂ ਤਕਰੀਬਨ ਅੱਗੇ ਇਹ ਸੋਚਦੇ ਸੀ ਕਿ ਅੱਗੇ ਨੌਜਵਾਨ ਮੁੰਡੇ ਜਿਹੜੇ ਆ ਉਹ ਨਸ਼ਾ ਵੇਚਦੇ ਆ ਤੇ ਉਹੀ ਕਰਦੇ ਆ, ਪਰ ਹੁਣ ਪਿੰਡਾਂ ਦੇ ਵਿੱਚ ਧੜਾ ਧੜ ਜਿਹੜਾ ਵਾ ਉਹ ਇਹੋ ਜਿਹਾ ਸਿਸਟਮ ਚੱਲ ਪਿਆ ਵੀ ਜਨਾਨੀਆਂ ਜਿਹੜੀਆਂ ਉਹ ਵੀ ਨਸ਼ੇ ਜਿਹੜੀਆਂ ਉਹ ਵੇਚਣ ਲੱਗ ਪਈਆਂ। ਕਿਉਂਕਿ ਉਹਨਾਂ ਤੇ ਸ਼ੱਕ ਨਹੀਂ ਹੁੰਦਾ। ਇਹ ਬਿਲਕੁਲ ਗੱਲ ਜਿਹੜੀ ਕਲੀਅਰ ਆ, ਪਤਾ ਸਰਕਾਰਾਂ ਨੂੰ ਵੀ ਆ, ਪਿੰਡਾਂ ਦੇ ਵਿੱਚ ਰਹਿੰਦੇ ਅਹੁਦੇਦਾਰਾਂ ਨੂੰ ਵੀ ਆ, ਪਰ ਕੌਣ ਬੁਰਾ ਬਣੇ। ਇਸ ਕਰਕੇ ਜੇ ਸਰਕਾਰਾਂ ਨਹੀਂ ਚਾਹੁੰਦੀਆਂ ਤੇ ਪਿੰਡ ਦੇ ਲੋਕ ਆਪੋ ਵਿੱਚ ਦੀ ਲੜ ਮਰ ਜਾਣ, ਇਹ ਤਾਂ ਹੋ ਨਹੀਂ ਸਕਦਾ। ਕਿਉਂਕਿ ਜ਼ਿੰਮੇਵਾਰੀ ਤਾਂ ਸਰਕਾਰਾਂ ਦੀ ਹੈ। ਜਿਹੜੀਆਂ ਸਰਕਾਰਾਂ ਸਮਾਂ ਖਾਂਦੀਆਂ ਨੇ, ਜਿਹੜੀਆਂ ਸਰਕਾਰਾਂ ਵਾਅਦੇ ਕਰਦੀਆਂ ਨੇ, ਜਿਹੜੀਆਂ ਸਰਕਾਰਾਂ ਨੂੰ ਲਿਆਂਦਾ ਜਾਂਦਾ ਹੈ, ਜਿਹੜੀਆਂ ਇਹ ਜ਼ਿੰਮੇਵਾਰੀਆਂ ਸਰਕਾਰਾਂ ਦੇ ਸਿਰ ਹੁੰਦੀਆਂ ਹੈ। ਤੇ ਸਰਕਾਰਾਂ ਨਾਲ ਲੈ ਕੇ ਪਬਲਿਕ ਨੂੰ ਤੁਰ ਪੈਣ ਤੇ ਕੁਝ ਹੋ ਸਕਦਾ ਹੈ। ਪਰ ਜੇ ਸਰਕਾਰਾਂ ਹੀ ਨਹੀਂ ਚਾਹੁੰਦੀਆਂ ਤੇ ਫਿਰ ਤੇ ਪਬਲਿਕ ਕੁਝ ਕਰ ਨਹੀਂ ਸਕਦੀ। ਪਰ ਵੇਖੋ ਕਿੰਨੀ ਨਮੋਸ਼ੀ ਵਾਲੀ ਗੱਲ ਅਸੀਂ ਕਹਿ ਸਕਦੇ ਹਾਂ ਵੀ ਪਿੰਡ ਸਭਰਾ ਦੇ ਵਿੱਚ ਸਟੈਂਡ ਦੇ ਉੱਪਰੋਂ ਜਿਹੜਾ ਇਹ ਪੱਖਾ ਲੱਥਾ ਵਾ, ਨਾਲ ਹੀ ਪਟਵਾਰਖਾਨਾ ਹੈ, ਲਾਗੇ ਪੁਲਿਸ ਚੌਂਕੀ ਹੈ, ਲਾਗੇ ਹਸਪੀਟਲ ਹੈ ਸਰਕਾਰੀ। ਪਰ ਵੇਖੋ ਜੀ, ਇਹ ਜਿਹੜਾ ਪੱਖਾ ਹੈ, ਕਈਆਂ ਨੇ ਹੋ ਸਕਦਾ ਕਮੈਂਟ ਕਰਨੇ ਕਿ ਇਹਨਾਂ ਨੇ ਆਪਦੇ ਸੁੱਖ ਵਾਸਤੇ ਲਾਇਆ ਸੀ, ਲੈ ਗਿਆ ਤੇ ਇਹਨਾਂ ਨੂੰ ਜ਼ਰੂਰਤ ਹੈ। ਨਹੀਂ, ਮੈਂ ਇਹ ਗੱਲ ਜਾਣੂ ਕਰਵਾ ਦੇਵਾਂ ਕਿ ਇਸ ਸਟੈਂਡ ਦੇ ਲਾਗੇ ਬਿਲਕੁਲ ਪਟਵਾਰਖਾਨਾ ਨਾਲ ਹੈ, ਕੰਧ ਨਾਲ ਕੰਧ ਹੈ। ਉਹਨੇ ਸਾਡੇ ਵੀਰ ਆਣ ਕੇ ਇੱਥੇ ਨਹੀਂ ਸੀ ਬੈਠਦੇ ਜਿੰਨੇ ਇੱਥੇ ਪਟਵਾਰਖਾਨੇ ਦੇ ਵਿੱਚ ਆਏ ਹੋਏ ਕੰਮ ਕਰਾਉਣ ਵਾਸਤੇ ਲੋਕ ਜਿਹੜੇ ਸੀ, ਕਿਸਾਨ ਮਜ਼ਦੂਰ, ਕਿਸੇ ਨੂੰ ਕੋਈ ਵੀ ਤਰ੍ਹਾਂ ਦੀ ਮੋਹਰ ਲਵਾਉਣੀ ਹੈ ਪਟਵਾਰੀ ਕੋਲੋਂ ਜਾਂ ਪਟਵਾਰੀ ਕੋਲ ਕੋਈ ਵੀ ਕੰਮ ਹੁੰਦਾ ਸੀ, ਉਹ ਇੱਥੇ ਆਣ ਕੇ ਪਟਵਾਰੀ ਦੀ ਉਡੀਕ ਕਰ ਲੈਂਦਾ ਸੀ ਵੀ ਜਿੰਨਾ ਚਿਰ ਨਹੀਂ ਆਉਂਦੇ ਚਲੋ ਪੱਖਾ ਚੱਲਣ ਡਿਆ ਆਰਾਮ ਕਰ ਲੈਂਦੇ ਆ। ਹੋਰ ਵੀ ਰਾਹੀ ਪਾਂਦੀ ਲੰਘਦਾ ਵੀ ਇੱਥੇ ਬੈਠ ਜਾਂਦਾ ਸੀਗਾ। ਇਸ ਸੁੱਖ ਸਹੂਲਤ ਵਾਸਤੇ ਸਟੈਂਡ ਬਣਾਇਆ ਤੇ ਇੱਥੇ ਪੱਖਾ ਲਵਾਇਆ ਤੇ ਬੈਂਚ ਲਾ ਕੇ ਆਇਆ ਗਿਆ ਸੀਗਾ। ਪਰ ਬੜੀ ਨਮੋਸ਼ੀ ਦੀ ਗੱਲ ਆ ਵੀ ਜਿਹੜੇ ਨਸ਼ੇ ਪ੍ਰਮੋਟ ਹੋ ਰਹੇ ਨੇ ਉਹਨਾਂ ਦਾ ਕਰਕੇ ਅੱਜ ਜਿਹੜੀਆਂ ਇਹੋ ਜਿਹੀਆਂ ਚੋਰੀਆਂ ਜੇ ਥਾਣਿਆਂ ਦੇ ਲਾਗੋਂ, ਚੌਂਕੀਆਂ ਦੇ ਲਾਗੋਂ ਲਾਗੇ ਇਹੋ ਜਿਹੇ ਮਤਲਬ ਅਹੁਦੇਦਾਰ ਚੀਜ਼ਾਂ ਹੋਣ ਤੇ ਉਹਨਾਂ ਦੇ ਲਾਗੋਂ ਇਹ ਚੋਰੀਆਂ ਹੋ ਜਾਣ, ਬੜੀ ਨਮੋਸ਼ੀ ਵਾਲੀ ਗੱਲ ਆ। ਫਿਰ ਅਸੀਂ ਕਿੱਥੋਂ ਉਮੀਦਾਂ ਕਰ ਸਕਦੇ ਆ ਵੀ ਸਾਡੇ ਪਿੰਡ ਜਿਹੜੇ ਉਹ ਸੇਫ ਰਹਿ ਸਕਦੇ ਆ? ਇਹ ਕੀ ਉਮੀਦ ਕਰ ਸਕਦੇ ਆ ਕਿ ਸਾਡੇ ਬੱਚੇ ਜਿਹੜੇ ਅੱਜ ਬੱਚੇ ਬਚੇ ਨੇ ਨਸ਼ਿਆਂ ਤੋਂ, ਉਹ ਸੇਫ ਰਹਿ ਸਕਦੇ ਆ? ਨਹੀਂ ਹੋ ਸਕਦਾ। ਕਿਉਂਕਿ ਇਹ ਸਮਾਂ ਜਿਹੜੀਆਂ ਸੀ ਉਹ ਵੀ ਖੂਹ 'ਚ ਪੈ ਗਈਆਂ, ਜਿਹੜੇ ਵਾਅਦੇ ਸੀ ਉਹ ਵੀ ਖੂਹ 'ਚ ਪੈ ਗਏ। ਜੋ ਤਕਰੀਬਨ 65 ਤੋਂ 70 ਸਾਲ ਦਾ ਵਿਗੜਿਆ ਢਾਂਚਾ ਜਿਹੜਾ ਵਾ, ਉਹ ਸਰਕਾਰਾਂ ਨੇ ਅਜੇ ਤੱਕ ਸੁਧਾਰਨ ਦਾ ਯਤਨ ਨਹੀਂ ਕੀਤਾ। ਕਹਿੰਦੀਆਂ ਵੀ ਅਸੀਂ ਸੁਧਾਰ ਰਹੀਆਂ ਵਾ, ਪਰ ਨਹੀਂ, ਇਹ ਸਹੁੰ ਖਾ ਕੇ ਕਹਿ ਦੇਣ ਵੀ ਅਸੀਂ ਇਹਨਾਂ ਨੂੰ ਸੁਧਾਰਨ ਦਾ ਯਤਨ ਕੀਤਾ। ਇਹਨਾਂ ਯਤਨ ਹੀ ਨਹੀਂ ਦਿਲੋਂ ਕੀਤਾ, ਕਿਉਂਕਿ ਇਹਨਾਂ ਨੂੰ ਪਤਾ ਜੇ ਪੰਜਾਬ ਸੁਧਰ ਗਿਆ, ਜੇ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਆ ਗਿਆ ਤੇ ਸਾਡੀਆਂ ਵੋਟਾਂ ਜਿਹੜੀਆਂ ਨੇ ਉਹ ਘਟ ਜਾਣੀਆਂ ਨੇ। ਲੋਕਾਂ ਨੂੰ ਪਤਾ ਲੱਗ ਜਾਣਾ ਹੈ ਸਿਰਫ ਤੇ ਸਿਰਫ ਇੱਕ ਨਸ਼ਿਆਂ ਦਾ ਕਰਕੇ ਵੋਟਾਂ ਪ੍ਰਮੋਟ ਹੋ ਰਹੀਆਂ ਨੇ। ਵੋਟਾਂ ਨੂੰ ਦੀ ਖਾਤਰ ਨਸ਼ਾ ਵਿਕ ਰਿਹਾ ਹੈ।
ਇਸ ਕਰਕੇ ਸਰਕਾਰਾਂ ਨੂੰ ਵੀ ਸਾਰਾ ਪਤਾ ਹੈ, ਪਰ ਕੋਈ ਵੀ ਕਾਰਵਾਈ ਨਹੀਂ ਹੁੰਦੀ। ਸਿਰਫ ਕੁਰਸੀਆਂ ਤੇ ਬਹਿ ਕੇ 4 ਚੈਨਲਾਂ ਵਾਲੇ ਸੱਦ ਕੇ ਤੇ ਉਹਨਾਂ ਅੱਗੇ ਕਹਿ ਦੇਣਾ ਕਿ ਅਸੀਂ ਨਸ਼ਿਆਂ ਤੇ ਕਾਬੂ ਪਾ ਰਹੇ ਹਾਂ, ਅਸੀਂ ਨਸ਼ਿਆਂ ਬਾਰੇ ਮੁੱਦੇ ਚੁੱਕ ਰਹੇ ਹਾਂ। ਮੁੱਦਾ ਚੁੱਕਿਆ ਨਸ਼ਾ ਬੰਦ ਨਹੀਂ ਹੁੰਦਾ, ਨਸ਼ੇ ਨੂੰ ਬੰਦ ਕੀਤਿਆਂ ਨਸ਼ਾ ਬੰਦ ਹੋਣਾ ਹੈ। ਹੁਣ ਤੱਕ ਬੜੇ ਬਿਆਨ ਸਰਕਾਰਾਂ ਦੇ ਪਹਿਲਾਂ ਵੀ ਆਏ ਨੇ, ਹੁਣ ਵੀ ਆ ਰਹੇ ਨੇ ਵੀ ਅਸੀਂ ਆਹ ਕਰ ਰਹੇ ਹਾਂ, ਉਹ ਕਰ ਰਹੇ, ਪਰ ਕੱਖ ਨਹੀਂ ਹੋ ਰਿਹਾ। ਇਹਨੇ ਨੁਕਸਾਨ ਜਿਹੜੇ ਹੋ ਰਹੇ ਨੇ, ਐਕਸੀਡੈਂਟ ਹੋ ਰਹੇ ਨੇ। ਜੇ ਨਸ਼ੇ ਛਡਾਊ ਕੇਂਦਰ ਖੁੱਲੇ ਨੇ, ਉਹਨਾਂ ਅੱਗੇ ਧਰਨੇ ਲੱਗਣੇ ਸ਼ੁਰੂ ਹੋ ਜਾਂਦੇ, ਸਾਨੂੰ ਗੋਲੀਆਂ ਨਹੀਂ ਮਿਲਦੀਆਂ, ਫਿਰ ਸਰਕਾਰਾਂ ਦੱਸੋ ਕਿਹੜੇ ਨਸ਼ੇ ਬੰਦ ਕਰਦੀਆਂ ਨੇ। ਹਾਲ ਜਿਉਂ ਦੇ ਤਿਉਂ ਬਣੇ ਖੜੇ ਆ, ਕੋਈ ਵੀ ਸੁਧਾਰ ਸਾਡੇ ਪੰਜਾਬ ਦਾ ਹੋ ਨਹੀਂ ਰਿਹਾ। ਨਸ਼ਿਆਂ ਦੀ ਖਾਤਰ ਹੀ ਲੋਕਾਂ ਦੀਆਂ ਜਾਨਾਂ ਵੀ ਜਾ ਰਹੀਆਂ ਨੇ ਜਿਹੜੇ ਨਸ਼ੇ ਕਰਦੇ ਨੇ, ਤੇ ਜਿਹੜੇ ਨਸ਼ੇ ਕਰਕੇ ਲੋਕਾਂ ਨੂੰ ਤਕਰੀਬਨ ਮਾਰਨ ਤੇ ਉਤਰੇ ਹੋਏ ਨੇ, ਉਹ ਵੀ ਸਾਨੂੰ ਪਤਾ ਹੈ ਕਿ ਐਕਸੀਡੈਂਟ ਕੀਤੇ ਤੇ ਚੰਗੇ ਭਲੇ ਲੋਕ ਜਿਹੜੇ ਸੀਗੇ ਉਹਨਾਂ ਦੇ ਐਕਸੀਡੈਂਟ ਕਰਕੇ ਵੀ ਮਾਰ ਦਿੱਤੇ, ਜਾਂ ਉਹਨਾਂ ਕੋਲ ਕੁਝ ਖੋਹਣ ਦੀ ਖਾਤਰ ਉਹਨਾਂ ਦੇ ਨਾਲ ਲੜਾਈ ਝਗੜਾ ਕਰਕੇ ਉਹਨਾਂ ਦੇ ਕੋਈ ਨਾ ਕੋਈ ਜਾਨੀ ਮਾਲੀ ਨੁਕਸਾਨ ਕਰ ਦਿੱਤਾ। ਪਰ ਅਸੀਂ ਸਰਕਾਰ ਨੂੰ ਇਹ ਸੂਚਨਾ ਦਿੰਦੇ ਆ ਕਿ ਕਦੋਂ ਤੱਕ ਇਹ ਪੰਜਾਬ ਦਾ ਮਾਹੌਲ ਜਿਹੜਾ ਇਸੇ ਤਰ੍ਹਾਂ ਹੀ ਵਿਗੜਿਆ ਰਹੂਗਾ। ਕਦੋਂ ਤੁਸੀਂ ਕੋਸ਼ਿਸ਼ ਕਰੋਗੇ, ਆਪਣੀ ਦਿਲੋਂ ਕੋਸ਼ਿਸ਼ ਕਦੋਂ ਕਰੋਗੇ? ਕਿਉਂਕਿ ਨਾਰੇ ਤਾਂ ਤੁਸੀਂ ਬਹੁਤ ਮਾਰ ਲਏ, ਪਰ ਆਪਣੀ ਜ਼ਮੀਰ ਨੂੰ ਜਗਾ ਕੇ ਥੋੜਾ ਜਿਹਾ ਦਿਲ ਤੋਂ ਇਹ ਗੱਲ ਕਰਨ ਦਾ ਕੰਮ ਕੋਸ਼ਿਸ਼ ਕਰੋ ਕਿ ਅਸੀਂ ਇਹ ਨਸ਼ਿਆਂ ਨੂੰ ਜਿਹੜਾ ਹੈ ਉਹ ਬੰਦ ਕਰਾਂਗੇ। ਅਸੀਂ ਪੰਜਾਬ ਦੀ ਪੰਜਾਬੀਅਤ ਨੂੰ, ਜਵਾਨੀ ਨੂੰ ਤੇ ਕਿਸਾਨੀ ਨੂੰ ਬਚਾਉਣ ਦਾ ਯਤਨ ਕਰੀਏ। ਜਿਹੜੇ ਹਾਲਾਤ ਸਾਡੇ ਅੱਜ ਬਣੇ ਪਏ ਨੇ, ਲੱਗਦਾ ਨਹੀਂ ਹੈ ਕਿ ਪੰਜਾਬ ਸੁਧਰ ਜਾਏਗਾ, ਕਿਉਂਕਿ ਜਦੋਂ ਇਹ ਵਾਰੀ ਰੌਲਾ ਤਾਂ ਬੜਾ ਪੈਂਦਾ ਹੈ ਕਿ ਆਪਣੇ ਪੰਜਾਬ ਨੂੰ ਬਚਾਓ, ਪੰਜਾਬ ਦੇ ਵਿੱਚ ਰਹੋ, ਲੋਕ ਬਾਹਰ ਨੂੰ ਭੱਜੇ ਜਾਂਦੇ ਆ, ਤੇ ਲੋਕਾਂ ਬਾਹਰ ਤਾਂ ਆਪੇ ਹੀ ਜਾਣਾ ਹੈ, ਕਿਉਂਕਿ ਜਦੋਂ ਪੰਜਾਬ ਦੇ ਹਾਲਾਤ ਹੀ ਖਰਾਬ ਨੇ ਤੇ ਪੰਜਾਬ 'ਚ ਰਹਿ ਕੇ ਕੋਈ ਕਰੂਗਾ ਕੀ? ਬੇਵਕਤੀਆਂ ਮੌਤਾਂ ਇੱਥੇ ਹੋ ਰਹੀਆਂ ਨੇ, ਕਤਲ ਇੱਥੇ ਹੋ ਰਹੇ ਨੇ, ਨਸ਼ੇ ਪ੍ਰਮੋਟ ਇੱਥੇ ਹੋ ਰਹੇ ਨੇ। ਕਿਹੜੀ ਬੁਰਾਈ ਹੈ ਜਿਹੜੀ ਪੰਜਾਬ ਦੇ ਵਿੱਚ ਨਹੀਂ ਹੋ ਰਹੀ? ਫਿਰ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਸਾਡਾ ਪੰਜਾਬ ਸੁਰੱਖਿਅਤ ਹੈ? ਨਹੀਂ ਮੰਨ ਸਕਦੇ, ਤੇ ਨਾ ਅਸੀਂ ਮੰਨਣ ਯੋਗ ਹੀ ਰਹਿ ਗਏ ਹਾਂ, ਕਿਉਂਕਿ ਜਿੰਨਾ ਚਿਰ ਕੋਈ ਚੀਜ਼ਾਂ ਤੇ ਠੱਲ ਨਹੀਂ ਪੈਂਦੀ ਉਹਨਾਂ ਚਿਰ ਕੁਝ ਨਹੀਂ ਹੋ ਸਕਦਾ। ਅਸੀਂ ਨਿੱਕੇ ਹੁੰਦੇ ਇੱਕ ਗੱਲ ਸੁਣਦੇ ਹੁੰਦੇ ਸੀ ਕਿ ਪੁੱਛਣਾ ਬਜ਼ੁਰਗਾਂ ਨੂੰ ਕਿ ਆਪਣੇ ਪਿੰਡ ਦੇ ਵਿੱਚ ਚੌਂਕੀ ਕਿਉਂ ਹੈ, ਥਾਣਾ ਕਿਉਂ ਹੈ? ਉਹ ਕਹਿੰਦੇ ਹੁੰਦੇ ਸੀ ਵੀ ਇਹ ਸੇਫਟੀ ਵਾਸਤੇ ਆ, ਇਹ ਪਿੰਡ ਦਾ ਮਾਹੌਲ ਖਰਾਬ ਨਾ ਹੋਵੇ ਉਹਦੇ ਵਾਸਤੇ ਆ। ਪਰ ਅੱਜ ਅਫਸੋਸ ਦੀ ਗੱਲ ਇਹ ਹੈ ਕਿ ਸਾਡੀ ਚੌਂਕੀ ਦੇ ਵਿੱਚ, ਸਾਡੇ ਪਿੰਡ ਦੀ ਜਿਹੜੀ ਚੌਂਕੀ ਹੈ, ਸਾਡੇ ਪਿੰਡ ਦੇ ਬਿਲਕੁਲ ਬੂਹ ਦੇ ਵਿੱਚ ਬੈਠੀ ਹੋਈ ਹੈ, ਪਰ ਉਹਦੇ ਵਿੱਚ ਅੱਜ ਮੁਲਾਜ਼ਮ ਕਿੰਨੇ ਨੇ ਇਹ ਸਾਡੇ ਨੂੰ ਵੱਧ ਸਰਕਾਰਾਂ ਨੂੰ ਪਤਾ ਹੈ ਕਿ ਕਿੰਨੇ ਮੁਲਾਜ਼ਮ ਨੇ। ਜੇ 4 ਮੁਲਾਜ਼ਮ ਹੁੰਦੇ ਨੇ ਤੇ 3 ਕਿਤੇ ਬਾਹਰ ਡਿਊਟੀ ਤੇ ਚਲੇ ਜਾਂਦੇ, ਇੱਕ ਉੱਥੇ ਰਹਿ ਜਾਂਦਾ ਹੈ। ਫਿਰ ਚੌਕੀਆਂ ਬਿਠਾਈਆਂ ਕਿਸ ਕੰਮ ਨੂੰ? ਪਿੰਡ 'ਚ ਚੌਕੀ ਹੋਣ ਦੇ ਬਾਵਜੂਦ ਇੰਨੀਆਂ ਵਾਰਦਾਤਾਂ ਹੋ ਜਾਣ, ਕਤਲੇਆਮ ਹੋ ਜਾਵੇ, ਚੋਰੀਆਂ ਹੋ ਜਾਣ, ਡਾਕੇ ਹੋ ਜਾਣ, ਨਸ਼ੇ ਪ੍ਰਮੋਟ ਹੁੰਦੇ ਰਹਿਣ, ਫਿਰ ਇਹ ਸਰਕਾਰਾਂ ਦੀ ਬਿਲਕੁਲ ਅਣਗਹਿਲੀ ਹੈ। ਅਸੀਂ ਕਹਿ ਸਕਦੇ ਹਾਂ ਸਰਕਾਰਾਂ ਬਿਲਕੁਲ ਧਿਆਨ ਨਹੀਂ ਦੇ ਰਹੀਆਂ। ਜੇ ਧਿਆਨ ਦਿੰਦੀਆਂ ਹੁੰਦੀਆਂ ਤੇ ਪਿੰਡ ਦੇ ਵਿੱਚ ਇਹ ਜਿਹੜੀ ਪ੍ਰਸ਼ਾਸਨ ਹੈ ਇਹ ਤੋਂ ਡਰ ਕੇ ਲੋਕ ਕੁਝ ਆਪਣੇ ਆਪ ਦਾ ਸੁਧਾਰ ਕਰਦੇ, ਪਰ ਨਹੀਂ, ਸਾਰਾ ਕੁਝ ਜਿਉਂ ਦਾ ਤਿਉਂ ਹੋ ਰਿਹਾ ਹੈ। ਮੈਂ ਇਹ ਗੱਲ ਤਾਂ ਮੈਂ ਵੈਸੇ ਮਹਿਸੂਸ ਕੀਤੀ ਹੋਈ ਹੈ ਕਿ ਜਿਨ੍ਹਾਂ ਪਿੰਡਾਂ ਦੇ ਵਿੱਚ ਚੌਂਕੀਆਂ ਨਹੀਂ ਹੈ, ਪੁਲਿਸ ਪ੍ਰਸ਼ਾਸਨ ਨਹੀਂ ਹੈ, ਅਜੇ ਉਹਨਾਂ ਦੇ ਵਿੱਚ ਕੁਝ ਠੱਲ ਹੈਗੀ ਹੈ, ਪਰ ਜਿਨ੍ਹਾਂ ਦੇ ਵਿੱਚ ਚੌਂਕੀਆਂ ਬੈਠੀਆਂ ਹੋਈਆਂ ਨੇ ਉਹਨਾਂ ਵਿੱਚ ਤਾਂ ਬੇੜਾ ਹੀ ਗਰਕ ਹੋਇਆ ਪਿਆ ਹੈ। ਬਿਲਕੁਲ ਹੀ ਡਰ ਨਹੀਂ ਰਹਿ ਗਿਆ। ਦਿਨ ਦਿਹਾੜੇ ਜਿਹੜੀਆਂ ਵਾਰਦਾਤਾਂ ਹੁੰਦੀਆਂ ਨੇ ਉਹ ਸਾਰਾ ਸਰਕਾਰ ਨੂੰ ਵੀ ਪਤਾ ਹੈ, ਬਿਲਕੁਲ ਮੀਡੀਆ ਨੂੰ ਵੀ ਪਤਾ ਹੈ, ਪਰ ਅੱਜ ਦਾ ਮੀਡੀਆ ਸਿਰਫ ਤੇ ਸਿਰਫ ਲੋਕਾਂ ਦੇ ਘਰਾਂ ਤੱਕ ਜਾ ਕੇ ਉਹਨਾਂ ਦੀਆਂ ਕੁਝ ਨਿੱਜੀ ਗੱਲਾਂ ਨੂੰ ਉਛਾਲਣ ਤੇ ਲੱਗਾ ਹੋਇਆ ਹੈ। ਇਹ ਮੀਡੀਆ ਵੀ ਵਿਕਾਊ ਹੋ ਚੁੱਕਾ ਹੈ ਤਕਰੀਬਨ, ਜਿਹੜਾ ਉਹ ਸੱਚੀ ਗੱਲ ਮੀਡੀਆ ਵੀ ਕਰਕੇ ਕੁਛ ਨਹੀਂ, ਕਿਉਂਕਿ ਜਿਹੜੀ ਸਰਕਾਰ ਆਉਂਦੀ ਹੈ ਮੀਡੀਆ ਉਹਦੀ ਝੋਲੀ 'ਚ ਡਿੱਗਦਾ ਹੈ। ਇਸ ਕਰਕੇ ਮੀਡੀਆ ਨੂੰ ਵੀ ਬੇਨਤੀ ਹੈ, ਤੁਹਾਡੇ ਵੀ ਧੀਆਂ ਪੁੱਤ ਨੇ, ਤੁਹਾਡੇ ਵੀ ਪਰਿਵਾਰ ਨੇ, ਜੇ ਅੱਜ ਤੁਸੀਂ ਹਾਂ ਦਾ ਨਾਰਾ ਸੱਚ ਦੀ ਖਾਤਰ ਨਹੀਂ ਮਾਰੋਗੇ, ਕੱਲ ਨੂੰ ਇਹ ਦਿਨ ਤੁਹਾਡੇ ਤੇ ਵੀ ਆਉਣਗੇ। ਜਿਹੜਾ ਅੱਜ ਹਨੇਰੀ ਪੰਜਾਬ ਦੇ ਵਿੱਚ ਝੁੱਲੀ ਪਈ ਹੈ ਨਸ਼ਿਆਂ ਦੀ, ਕਤਲੇਆਮ ਦੀ, ਇਹ ਕੱਲ ਨੂੰ ਤੁਹਾਡੇ ਤੇ ਵੀ ਆਉਣੀ ਹੈ। ਸੋ ਮੈਂ ਦੁਬਾਰਾ ਫੇਰ ਇਹੀ ਬੇਨਤੀ ਕਰਨ ਲੱਗਾ ਹਾਂ ਕਿ ਨਸ਼ਿਆਂ ਦੇ ਵਗਦੇ ਇਹਨਾਂ ਦਰਿਆਵਾਂ ਨੂੰ ਠੱਲ ਪਾਉਣ ਦਾ ਯਤਨ ਕਰੀਏ, ਕਿਉਂਕਿ ਪਬਲਿਕ ਤਾਂ ਹੀ ਸਾਥ ਦੇਵੇਗੀ ਜੇ ਸਰਕਾਰ ਕੋਈ ਕਦਮ ਚੁੱਕੇਗੀ ਸੱਚੇ ਦਿਲ ਤੋਂ। ਪਰ ਜਿੰਨਾ ਚਿਰ ਸਰਕਾਰ ਤਹੱਈਆ ਨਹੀਂ ਕਰਦੀ ਉਹਨਾਂ ਚਿਰ ਪਬਲਿਕ ਵੀ ਕੁਝ ਨਹੀਂ ਕਰ ਸਕਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਕੀ ਬਹੁਤ ਸੋਹਣੀ ਗੱਲ ਕੀਤੀ ਵੀਰ ਸਾਡੇ ਨੇ, ਕਿਉਂਕਿ ਇਹ ਨਸ਼ਿਆਂ ਦਾ ਹੀ ਕਾਰਨ ਆ। ਕਿਉਂਕਿ ਦਿਨ ਦਿਹਾੜੇ ਕਤਲੇਆਮ, ਪਹਿਲੋਂ ਨੰਗਲ ਅੰਬੀਆਂ, ਦੀਪ ਸਿੱਧੂ ਵਰਗੇ ਵੀਰ ਤੇ ਪਤਾ ਨਹੀਂ ਕਿੰਨੇ ਕੁ ਵੀਰ ਜਿਹੜੇ ਦਿਨੇ ਦਿਹਾੜੇ, ਕਿਉਂਕਿ ਇਹ ਨਸ਼ੇ ਦਾ ਹੀ ਕਾਰਨ ਆ। ਚਿੱਟੇ ਨਾਲ ਜਾਂ ਹੀਰੋਇਨ ਸਮੈਕ ਪੀ ਕੇ ਦਿਨ ਦਿਹਾੜੇ ਕਤਲ ਆਮ ਜਿਹੜਾ ਹੋ ਰਿਹਾ, ਇਹ ਚਿੱਟੇ ਦਾ ਹੀ ਕਾਰਨ ਆ ਜੀ। ਜਿਹੜੇ ਦਿਨ ਦਿਹਾੜੇ ਕਈਆਂ ਬੀਬੀਆਂ ਦੇ ਪਰਸ ਖੋਏ ਜਾਂਦੇ ਆ, ਵਾਲੀਆਂ ਖੋਈਆਂ ਜਾਂਦੀਆਂ ਵਾ, ਪੱਖੇ, ਮੋਟਰਾਂ ਦੀਆਂ ਤਾਰਾਂ, ਕੇਬਲਾਂ, ਟਰਾਂਸਫਾਰਮਰ 'ਚੋਂ ਤੇਲ ਚੋਰੀ, ਇਹ ਸਭ ਨਸ਼ੇ ਨੂੰ ਠੱਲ ਪਾਈ ਜਾਵੇ। ਸਰਕਾਰ ਅੱਗੇ ਬੇਨਤੀ ਹੈ, ਕਿਉਂਕਿ ਨਸ਼ਾ ਵਾਧੂ ਵਿਕ ਰਿਹਾ ਏ,
ਕਿਉਂਕਿ ਅੱਗੇ ਸ਼ਰੇਆਮ ਸੀ, ਹੁਣ ਥੋੜੀ ਜੀ ਗੱਲ ਆ ਵੀ ਓਲਾ ਵਾ, ਹੁਣ ਕੰਧ ਦੇ ਪਿੱਛੇ ਵੇਚੀ ਜਾਂਦੇ ਆ ਕਿਉਂਕਿ ਮਹਿੰਗਾ ਬਹੁਤ ਆ ਕੰਧ ਦੇ ਪਿੱਛੇ, ਕਿਉਂਕਿ ਮਹਿੰਗਾਈ ਕਰੀ ਵੱਧ ਰੇਟ ਤੇ, ਕਿਉਂਕਿ ਇਹ ਜਨਤਾ ਦੇ ਭਾਰ ਪੈ ਰਿਹਾ, ਕਿਉਂਕਿ ਇਹੋ ਸਰਕਾਰਾਂ ਅੱਗੇ ਬੇਨਤੀ ਆ ਇਹਨੂੰ ਠੱਲ ਪਾਈ ਜਾਵੇ, ਨਸ਼ੇ ਨੂੰ ਵੱਧ ਤੋਂ ਵੱਧ ਜਿੰਨਾ ਵੀ ਹੋ ਸਕੇ ਕੰਟਰੋਲ ਕੀਤਾ ਜਾਵੇ। ਇਹੋ ਇੱਕ ਬੇਨਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ।